ਔਰ ਅੱਜ ਜਮਹੂਰੀਅਤ ਦਾ ਕਤਲ ਹੋਇਆ। ਅੱਜ ਲੋਕਤੰਤਰ ਦੇ ਵਿੱਚ ਕਾਲਾ ਦਿਨ ਹੈ। ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਅੰਦਰ ਧਰਨਾ ਲਗਾਇਆ ਗਿਆ ਸੀਐਮ ਹਾਊਸ। ਦੇਖੋ ਕੀ ਕਰੀਏ, ਅਸੀਂ ਤਾਂ ਧਰਨਾ ਲਾਉਣ ਨਹੀਂ ਗਏ। ਤੁਸੀਂ ਸਾਨੂੰ ਕਿਤੇ ਦੇਖਿਆ ਦਰੀਆਂ ਲੈ ਕੇ ਗਏ? ਡਰ ਸਤਾ ਰਿਹਾ ਮਾਨ ਸਾਹਿਬ ਨੂੰ ਕਿ ਜਿਸ ਪ੍ਰਕਾਰ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਅੰਦਰ, ਸੰਗਰੂਰ ਬਾਈ ਇਲੈਕਸ਼ਨ ਹੈ, ਹਾਲਾਤ ਬਹੁਤ ਕਮਜ਼ੋਰ ਨੇ। ਇਸ ਕਰਕੇ ਇਹਨਾਂ ਨੂੰ ਇਹ ਸੀਗਾ ਵੀ ਐਸਾ ਮੁਕੱਦਮਾ ਦਰਜ ਕਰ ਦਈਏ, ਕਾਂਗਰਸੀ ਹਫਤੇ ਵਾਸਤੇ ਅੰਦਰ ਚਲੇ ਜਾਣ ਤੇ ਅਸੀਂ ਆਪਦਾ ਸੰਗਰੂਰ ਬਾਈ ਇਲੈਕਸ਼ਨ ਲੁੱਟ ਲਈਏ। ਉਦਾਹਰਨ ਦੇ ਤੌਰ ਤੇ ਬਿਨ ਬੁਲਾਇਆ ਵੀ ਕਰੇ ਆ ਗਏ, ਉਹਨੂੰ ਮਿਲੋਗੇ ਨਹੀਂ। ਫਿਰ ਇਹ ਕਹਿ ਦਿੱਤਾ ਗਿਆ ਕਿ ਇਸ ਕਰਕੇ ਮਿਲਣਾ ਸੀ। ਤੁਹਾਨੂੰ ਕੀ ਪਤਾ ਲੱਗਿਆ? ਤੁਸੀਂ ਕੋਈ ਪੁੱਛਣ ਵਾਲੇ ਬਾਬਾ ਹੋ? ਜਿਹੜਾ ਇਹਨਾਂ ਦਾ ਮੰਤਰੀ ਸਤਿੰਦਰ ਜਾਨ ਫੜਿਆ, ਜਿਹਦੇ ਸਾਥੀ ਤੋਂ 2 ਕਰੋੜ ਰੁਪਇਆ ਫੜ ਲਿਆ ਗਿਆ, ਜਿਹਦੇ ਕੋਲ 127 ਕੁਆਇਨ ਫੜ ਲਏ ਗਏ, ਉਹਨੂੰ ਕਹਿੰਦੇ ਪਦਮ ਵਿਭੂਸ਼ਣ ਦਵਾਉਣਾ। ਈਡੀ ਧੱਕਾ ਕਰ ਰਹੀ ਹੈ, ਕਰ ਲੋ ਜਿੰਨਾ ਧੱਕਾ ਕਰਨਾ। ਸ਼ਰਾਬ ਸਸਤੀ ਕਰਨੀ ਲੋਕਾਂ ਦੀ ਮੰਗ ਨਹੀਂ ਸੀ। ਚੰਗਾ ਹੁੰਦਾ ਦਵਾਈਆਂ ਸਸਤੀਆਂ ਕਰ, ਚੰਗਾ ਹੁੰਦਾ ਸਕੂਲ ਫੀਸ ਸਾਡੀ ਹੋਰ ਘਟਾ ਦੇ, ਚੰਗਾ ਹੁੰਦਾ ਦੁੱਧ ਸਸਤਾ ਕਰ। ਭਗਵੰਤ ਮਾਨ ਜੀ ਦਾ ਇੱਕ ਟਵੀਟ ਆਂਦਾ ਹੈ, ਕਹਿੰਦੇ ਨੇ ਕਿ ਸਮਾਂ ਦਿੱਤਾ, ਲੇਕਿਨ ਹਰਪਾਲ ਚੀਮਾ ਜੀ ਦਾ ਦੂਸਰਾ ਟਵੀਟ ਆਂਦਾ, ਉਹ ਕਹਿੰਦੇ ਨੇ ਕਿ ਸਮਾਂ ਦਿੱਤਾ। ਤੁਸੀਂ ਆਪ ਸਮਝ ਲਓ ਕਿ ਸਰਕਾਰ ਦੀ ਕੀ ਸੰਜੀਦਗੀ ਹੈ। ਇੱਕ ਫਾਈਨਾਂਸ ਮਿਨਿਸਟਰ ਕਹਿ ਰਿਹਾ ਕਿ ਮਿਲ ਕੇ ਗਏ ਹੈ, ਦੂਸਰਾ ਕਹਦੇ ਕਿ ਅਸੀਂ ਇਹਨਾਂ ਨੇ ਸਮਾਂ ਨਹੀਂ ਲਿਆ ਸੀ, ਅਸੀਂ ਮਿਲ ਨਹੀਂ ਸਕੇ। ਸੋ ਇਸ ਤੋਂ ਇਹਨਾਂ ਦੀ ਨੀਅਤ ਅਤੇ ਨੀਤੀ ਦਾ ਪਤਾ ਲੱਗਦਾ ਹੈ। ਇਹਨਾਂ ਦੀ ਨੀਅਤ ਦੇ ਵਿੱਚ ਖੋਟ ਹੈ ਔਰ ਅੱਜ ਜਮਹੂਰੀਅਤ ਦਾ ਕਤਲ ਹੋਇਆ ਹੈ। ਅੱਜ ਲੋਕਤੰਤਰ ਦੇ ਵਿੱਚ ਕਾਲਾ ਦਿਨ ਹੈ। ਅਸੀਂ ਮਿਲਣ ਗਏ ਹਾਂ, ਸਮਾਂ ਲੈ ਕੇ ਮਿਲਣ ਗਏ ਹਾਂ। ਸਾਨੂੰ ਚੈੱਕ ਕਰਕੇ ਅੰਦਰ ਬਿਠਾਇਆ ਜਾਂਦਾ, ਪਹਿਲਾਂ ਗੇਟ ਤੇ 1 ਘੰਟਾ ਖੜਾਇਆ ਜਾਂਦਾ, ਫਿਰ ਅੰਦਰ ਬਿਠਾਇਆ ਜਾਂਦਾ ਔਰ ਉਸ ਤੋਂ ਬਾਅਦ ਸਾਨੂੰ ਕਿਹਾ ਜਾਂਦਾ ਕਿ ਅੱਜ ਨਹੀਂ ਮਿਲਣਗੇ। ਔਰ ਬੇਇੱਜ਼ਤ ਕਰਕੇ ਔਰ ਜਾਣਬੁੱਝ ਕੇ ਕੰਪਲੇਂਟ ਦੇ ਕੇ, ਇੱਕ ਡੀਐਸਪੀ ਤੋਂ ਕੰਪਲੇਂਟ ਕਰਾ ਕੇ ਨੌਨ ਬੇਲੇਬਲ ਜਿਹੜਾ ਮੁਕੱਦਮਾ ਦਰਜ ਕਰਾਇਆ ਗਿਆ। ਇਹ ਤਾਂ ਪੁਲਿਸ ਨੇ, ਚੰਡੀਗੜ੍ਹ ਦੀ ਪੁਲਿਸ ਨੇ ਸਾਡਾ ਅਰੈਸਟ ਵਾਰੰਟ ਤੇ ਅਰੈਸਟ ਮੀਮੋ ਤੇ ਸਾਈਨ ਕਰਾ ਕੇ ਆਪਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਸਾਨੂੰ ਛੱਡਿਆ, ਬੌਂਡ ਭਰਾ ਕੇ। ਅਦਰਵਾਈਜ਼ ਤਾਂ ਅਸੀਂ ਅੰਦਰ ਜਾਣਾ ਹੋਣਾ ਸੀ। ਸੋ ਉਹਨਾਂ ਦਾ ਮਕਸਦ ਇਹ ਵੀ ਹੈ, ਡਰ ਸਤਾ ਰਿਹਾ ਮਾਨ ਸਾਹਿਬ ਨੂੰ ਕਿ ਜਿਸ ਪ੍ਰਕਾਰ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਅੰਦਰ, ਸੰਗਰੂਰ ਬਾਈ ਇਲੈਕਸ਼ਨ ਹੈ, ਹਾਲਾਤ ਬਹੁਤ ਕਮਜ਼ੋਰ ਨੇ ਔਰ ਪਰਮਾਤਮਾ ਕਿਰਪਾ ਕਰੇਗਾ ਕਿ ਸੰਗਰੂਰ ਬਾਈ ਇਲੈਕਸ਼ਨ 'ਚ ਇਹਨਾਂ ਦਾ ਗਰੂਰ ਜਿਹੜਾ ਹੈ ਉਹ ਟੁੱਟੇਗਾ। ਸੋ ਇਸ ਕਰਕੇ ਇਹਨਾਂ ਨੂੰ ਇਹ ਸੀਗਾ ਵੀ ਐਸਾ ਮੁਕੱਦਮਾ ਦਰਜ ਕਰ ਦਈਏ, ਕਾਂਗਰਸੀ ਹਫਤੇ ਵਾਸਤੇ ਅੰਦਰ ਚਲੇ ਜਾਣ ਤੇ ਅਸੀਂ ਆਪਦਾ ਸੰਗਰੂਰ ਬਾਈ ਇਲੈਕਸ਼ਨ ਲੁੱਟ ਲਈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਬਾਈ ਇਲੈਕਸ਼ਨਸ ਕਰਕੇ ਹੋ ਰਹੀਆਂ ਨੇ? तमाम ਜਿਹੜੀਆਂ ਚੀਜ਼ਾਂ ਅੱਜ ਹੋਈਆਂ, ਤੁਸੀਂ ਕਿਹਾ ਸੀ 1 ਘੰਟੇ ਤੱਕ ਅਸੀਂ ਉੱਥੇ ਖੜੇ ਰਹੇ ਹਾਂ, ਅੰਦਰ ਵੀ ਗਏ, ਲੇਕਿਨ ਅੰਦਰ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਅੰਦਰ ਧਰਨਾ ਲਗਾਇਆ ਗਿਆ ਸੀਐਮ ਹਾਊਸ। ਦੇਖੋ ਕੀ ਕਰੀਏ, ਅਸੀਂ ਤਾਂ ਧਰਨਾ ਲਾਉਣ ਨਹੀਂ ਗਏ। ਤੁਸੀਂ ਸਾਨੂੰ ਕਿਤੇ ਦੇਖਿਆ ਦਰੀਆਂ ਲੈ ਕੇ ਗਏ? ਤੁਹਾਨੂੰ ਲਿਖਿਆ ਕਿ ਪਲਾਂਟ ਅਸੀਂ ਗੇਟ ਤੇ ਖੜੇ ਰਹੇ ਹਾਂ। ਅਗਰ ਧਰਨਾ ਲਾਉਣਾ ਹੁੰਦਾ ਤਾਂ ਘੰਟਾ ਮੇਨ ਗੇਟ ਤੇ ਖੜੇ ਰਹਿੰਦੇ, ਉੱਥੇ ਧਰਨਾ ਲਾ ਦਿੰਦੇ। ਲੇਕਿਨ ਸਾਡੇ ਮਨ 'ਚ ਕੋਈ ਮਨਸ਼ਾ ਹੀ ਨਹੀਂ ਸੀ। ਅਸੀਂ ਲਾਅ ਐਂਡ ਆਰਡਰ ਤੇ ਅਸੀਂ ਗੱਲ ਕਰਨ ਗਏ ਸੀ। ਪਾਰਟੀ ਦਾ ਪ੍ਰੋਗਰਾਮ ਸੀਗਾ ਕਿ ਆਪਾਂ ਸਾਰੇ ਮਿਲ ਕੇ ਆਈਏ। ਅਸੀਂ ਅੰਦਰ ਜਾ ਕੇ ਪੌਣਾ ਘੰਟਾ ਮਿਲ ਰਹੇ, ਇਹਨਾਂ ਨੇ ਪਾਣੀ ਚਾਹ ਪਿਆਇਆ। ਅਸੀਂ ਸੋਚਿਆ ਕਿ ਇਹ ਗੱਲ ਕਰਨਗੇ, ਹੁਣ ਆ ਕੇ ਮਿਲਣਗੇ, ਅਸੀਂ ਇਹਨਾਂ ਨੂੰ ਦੱਸਾਂਗੇ ਕਿ ਆ ਜ਼ਾਸਤੀਆਂ ਹੋ ਰਹੀਆਂ। ਲੇਕਿਨ ਬਿਨਾ ਮਿਲੇ ਵਾਪਸ ਕਰ ਦਿੱਤਾ ਗਿਆ। ਔਰ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਤੁਸੀਂ ਜਾਣਦੇ ਹੋ ਕਿ ਭਗਵੰਤ ਮਾਨ ਜੀ ਨੂੰ ਅਗਰ ਕੋਈ ਮੰਨ ਲਓ, ਉਦਾਹਰਨ ਦੇ ਤੌਰ ਤੇ ਬਿਨ ਬੁਲਾਇਆ ਵੀ ਕਰੇ ਆ ਗਏ, ਉਹਨੂੰ ਮਿਲੋਗੇ ਨਹੀਂ। ਫਿਰ ਇਹ ਕਹਿ ਦਿੱਤਾ ਗਿਆ ਕਿ ਇਸ ਕਰਕੇ ਮਿਲਣਾ ਸੀ। ਤੁਹਾਨੂੰ ਕੀ ਪਤਾ ਲੱਗਿਆ? ਤੁਸੀਂ ਕੋਈ ਪੁੱਛਣ ਵਾਲੇ ਬਾਬਾ ਹੋ? ਕੀ ਪਤਾ ਲੱਗਿਆ ਭਗਵੰਤ ਮਾਨ ਜੀ ਨੂੰ ਜਦੋਂ ਅਸੀਂ ਕੋਈ ਮੈਮੋਰੈਂਡਮ ਨਹੀਂ ਦਿੱਤਾ, ਕੋਈ ਸਾਡੀ ਲਿਖਤੀ ਚਿੱਠੀ ਨਹੀਂ ਦਿੱਤੀ, ਕਿਸੇ ਨੇ ਸਾਡੀ ਨਾਲ ਗੱਲ ਨਹੀਂ ਹੋਈ? ਤੁਸੀਂ ਆਪ ਕਹਿ ਰਹੇ ਹੋ ਵੀ ਮਿਲੇ ਨਹੀਂ ਤੇ ਉਹ ਬੈਠੇ ਰਹੇ, ਫਿਰ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਹੜੀ ਕੰਪਲੇਂਟ ਦੇ ਵਿੱਚ। ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਅਸੀਂ ਕਿਸ ਕੰਮ ਵਾਸਤੇ ਮਿਲਣ ਵਾਸਤੇ ਆਏ ਸੀ? ਇਹ ਝੂਠੀਆਂ ਜਿਹੜੀਆਂ ਸ਼ੌਹਰਤਾਂ ਲੈਣੀਆਂ ਔਰ ਜਾਂ ਝੂਠਾ ਪ੍ਰਚਾਰ ਕਰਨਾ ਜਾਂ ਸੋਸ਼ਲ ਮੀਡੀਆ ਤੇ ਚਲਾਉਣਾ, ਇਹ ਬੰਦ ਕਰ ਦੇਣ। ਕੱਲ ਵੀ ਮੂਸੇਵਾਲਾ ਸਾਹਿਬ ਦੇ ਪਿਤਾ ਨੇ ਕਿਹਾ ਕਿ ਮੇਰੇ ਹੱਥ ਜੋੜ ਕੇ ਬੇਨਤੀ ਹੈ, ਜੇ ਇਹ ਸੋਸ਼ਲ ਮੀਡੀਆ ਤੇ ਗੁਰੇਜ਼ ਕਰੋ, ਚੰਗੇ ਕੰਮਾਂ ਵਾਸਤੇ ਇਹਨੂੰ ਵਰਤੋ। ਜੇ ਭਗਵੰਤ ਮਾਨ ਸੋਸ਼ਲ ਮੀਡੀਆ ਤੇ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲਈ ਦੀ ਖਬਰ ਨਾ ਚਲਾਉਂਦੇ ਤਾਂ ਸ਼ਾਇਦ ਮੂਸੇਵਾਲਾ ਜੀ ਜਿਉਂਦੇ ਹੁੰਦੇ। ਇਹ ਝੂਠੀ ਸ਼ੌਹਰਤ, ਫੋਕੀ ਸ਼ੌਹਰਤ ਵਾਸਤੇ ਇਹੋ ਜਿਹੇ ਟਵੀਟ ਕਰਦੇ ਨੇ, ਇਹ ਮਾਨ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ। ਹੁਣ ਉਹ ਮੁੱਖ ਮੰਤਰੀ ਪੰਜਾਬ ਨੇ। ਕਰਪਸ਼ਨ ਦੀ ਗੱਲ ਉਹ ਕਹਿੰਦੇ ਸਾਨੂੰ ਤਾਂ ਪਤਾ ਕਿ ਜਿਹੜਾ ਇਹਦਾ ਇੱਕ ਮੰਤਰੀ ਜਿਹੜੇ ਉਹਦੇ ਚ ਫੜਿਆ ਗਿਆ ਹੈ ਉਸ ਦੇ ਲਈ ਆਏ ਨੇ। ਕਹਿੰਦੇ ਕਾਂਗਰਸ ਤਾਂ ਮੰਤਰੀ ਤਾਂ ਇਹਨਾਂ ਦਾ ਵੀ ਫੜਿਆ ਹੈ,
ਇਹਨਾਂ ਦਾ ਮੰਤਰੀ ਈਡੀ ਨੇ ਫੜਿਆ ਹੈ। ਸਾਡੇ ਮੰਤਰੀ ਦੇ ਖਿਲਾਫ ਤਾਂ ਇਹਨਾਂ ਕੋਲ ਕੋਈ ਸਮਾਨ ਨਹੀਂ ਮਿਲਿਆ। ਕਿਹੜੀ ਜਾਇਦਾਦ ਮਿਲੀ ਹੈ, ਕੀ ਸਮਾਨ ਮਿਲਿਆ ਉਹਦੇ ਘਰ ਤੋਂ 10 ਦਿਨ 3:30 ਵਜੇ ਲੈ ਕੇ ਆਏ ਨੇ ਉਹਨੂੰ। ਜਿਹੜਾ ਇਹਨਾਂ ਦਾ ਮੰਤਰੀ ਹੈ, ਅਸੀਂ ਨਹੀਂ ਕਹਿੰਦੇ ਜੇ ਸਾਡਾ ਮੰਤਰੀ ਗੁਨੇਗਾਰ ਹੈ ਉਹਨੂੰ ਸਜ਼ਾ ਭੁਗਤੇ, ਅਸੀਂ ਜਦੋਂ ਗਏ ਨਹੀਂ ਇਸ ਕੰਮ ਵਾਸਤੇ। ਉਹ ਕਾਨੂੰਨੀ ਲੜਾਈ ਲੜਨਗੇ, ਕਾਨੂੰਨ ਨੇ ਦੇਖਣਾ ਕਿ ਮੰਤਰੀ ਗਲਤ ਹੈ ਕਿ ਨਹੀਂ ਗਲਤ। ਅਸੀਂ ਆਪਦੀ ਲਾਅ ਐਂਡ ਆਰਡਰ ਦੀ ਗੱਲ ਕਰਨੀ ਹੈ। ਜਿਹੜਾ ਇਹਨਾਂ ਦਾ ਮੰਤਰੀ ਸਤਿੰਦਰ ਜਾਨ ਫੜਿਆ, ਜਿਹਦੇ ਸਾਥੀ ਤੋਂ 2 ਕਰੋੜ ਰੁਪਇਆ ਫੜ ਲਿਆ ਗਿਆ, ਜਿਹਦੇ ਕੋਲ 127 ਕੁਆਇਨ ਫੜ ਲਏ ਗਏ, ਉਹਨੂੰ ਕਹਿੰਦੇ ਪਦਮ ਵਿਭੂਸ਼ਣ ਦਵਾਉਣਾ। ਈਡੀ ਧੱਕਾ ਕਰ ਰਹੀ ਹੈ, ਕਰ ਲੋ ਜਿਤਨਾ ਧੱਕਾ ਕਰਨਾ ਹੈ। ਤੇ ਜੇ ਅਸੀਂ ਇਹ ਗੱਲ ਕਹਿ ਦਈਏ, ਹਾਲਾਂਕਿ ਹਜੇ ਇਹ ਗੱਲ ਅਸੀਂ ਕੀਤੀ ਨਹੀਂ, ਅਸੀਂ ਆਪਦੇ ਸਾਥੀ ਨੂੰ ਪੁੱਛਿਆ ਕਿ ਦੱਸੋ, ਉਹ ਕਹਿੰਦਾ ਬਿਲਕੁਲ ਕੋਈ ਮੇਰੇ ਤੇ ਇਲਜ਼ਾਮ ਨਹੀਂ ਹੈ। ਮੈਨੂੰ ਪਤਾ ਸੀ ਇੱਕ ਪਹਿਲਾਂ ਸਕਾਲਰਸ਼ਿਪ ਦੀ ਗੱਲ ਹੁੰਦੀ ਸੀ, ਸਕਾਲਰਸ਼ਿਪ ਸਕੈਮ ਦੀ ਗੱਲ ਹੁੰਦੀ ਸੀ, ਅੱਜ ਸਕਾਲਰਸ਼ਿਪ ਸਕੈਮ ਦੀ ਕੋਈ ਗੱਲ ਨਹੀਂ ਹੈ। ਮੈਨੂੰ ਇਹ ਲੱਗਿਆ ਸੀ ਕਿ ਸ਼ਾਇਦ ਸਕਾਲਰਸ਼ਿਪ ਸਕੈਮ ਦੇ ਵਿੱਚ ਸਾਧੂ ਸਿੰਘ ਨੂੰ, ਕਿਉਂਕਿ ਇਹ ਗੱਲ ਉੱਠੀ ਸੀ ਉਦੋਂ, ਮੈਨੂੰ ਨਹੀਂ ਪਤਾ ਕਿ ਉਹਦਾ ਸੱਚ ਕੀ ਹੈ, ਲੇਕਿਨ ਸਕਾਲਰਸ਼ਿਪ ਸਕੈਮ ਦੀ ਲੋਕ ਗੱਲ ਕਰਿਆ ਕਰਦੇ ਸੀ। ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ 'ਚ ਇਹ ਗੱਲ ਕਾਫੀ ਜ਼ੋਰ ਨਾਲ ਉੱਠੀ ਸੀ। ਮੈਂ ਸੋਚਿਆ ਕਿ ਸ਼ਾਇਦ ਸਾਧੂ ਸਿੰਘ ਜੀ ਦੀ ਜਿਹੜੀ ਅਰੈਸਟ ਆ ਉਹ ਸਕਾਲਰਸ਼ਿਪ ਸਕੈਮ ਦੇ ਅਧੀਨ ਹੋਈ ਹੈ ਕੋਈ ਨਾ ਕੋਈ। ਲੇਕਿਨ ਪਤਾ ਲੱਗਿਆ ਕਿ ਕਿਸੇ ਦੀ ਡਾਇਰੀ 'ਚ ਕਿਸੇ ਨੇ ਲਿਖਿਆ ਸੀ ਮੈਂ ਸਾਧੂ ਸਿੰਘ ਨੂੰ 500 ਰੁਪਇਆ ਇੱਕ ਦਰਖਤ ਦਾ ਕਟਾਈ ਦਾ ਦਿਆ ਕਰਦਾ ਸੀ। ਇਹ ਇੱਕ ਪ੍ਰਾਈਵੇਟ ਬੰਦੇ ਦੀ ਡਾਇਰੀ 'ਚ ਲਿਖਿਆ ਸੀ। ਇਹ ਤਾਂ ਕੱਲ ਨੂੰ ਤੁਹਾਡਾ ਵੀ ਆ ਸਕਦਾ ਕਿਸੇ ਦੀ ਡਾਇਰੀ 'ਚ ਨਾਮ। ਲੇਕਿਨ ਜਿਹੜੇ ਸਕੈਮ ਦੀ ਗੱਲ ਕਰਦੇ ਸੀ, ਕਿੱਥੇ ਉਹ ਸਕੈਮ? ਔਰ ਜੇ ਉਹ 500 ਰੁਪਇਆ, ਮੈਂ ਹਾਲਾਂਕਿ ਇਸ ਗੱਲ 'ਚ ਜਾਣਾ ਨਹੀਂ ਚਾਹੁੰਦਾ, 500 ਰੁਪਇਆ ਇਹਨਾਂ ਨੂੰ ਦਿੰਦਾ ਸੀ, ਉਹ ਕਿਤੇ ਹੋਰ ਵੀ ਦਿੰਦਾ ਹੋਣਾ, ਕਿਸੇ ਆਫੀਸਰ ਸਾਹਿਬਾਨ ਨੂੰ ਵੀ ਦਿੰਦਾ ਹੋਣਾ। ਸੋ ਮੇਰੇ ਕਹਿਣ ਦਾ ਮਤਲਬ that is a, ਉੱਥੇ ਅਗਰ ਈਡੀ ਇਨਕੁਆਇਰੀ ਕਰ ਰਹੇ ਹੈ ਤਾਂ ਕਹਿ ਰਹੇ ਵੈਂਡੇਟਾ ਪੋਲਿਟਿਕਸ, ਅਗਰ ਇੱਥੇ ਕਰ ਰਹੇ ਤਾਂ ਫਿਰ ਇਹ ਕਹਿੰਦੇ ਨਾ 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 ਹਮ ਸੱਚ ਕਹਿ ਰਹੇ। ਇਹਨਾਂ ਦਾ ਖੁਦ ਦਾ ਮੰਤਰੀ ਫੜਿਆ ਗਿਆ, ਇਹ ਸਾਨੂੰ ਕੀ ਕਹਿ ਰਹੇ ਹੈ? अगर कोई व्यक्ति करप्शन करता है, ਇਹਦਾ मतलब सारी कांग्रेस खराब नहीं है। अगर कोई व्यक्ति करप्शन करता है और खिलाफ कार्रवाई हो जाए, सानू कोई इतराज नहीं है। लेकिन ये कह देना कि कांग्रेस के डीएनए च करप्शन है, फिर आम आदमी पार्टी के डीएनए च भी करप्शन है। सतिंदर उत्थे फड़िया हुए, इत्थे मानसा वाला फड़िया हुए, 30 करोड़ रुपया 40 करोड़ रुपया एक कैंडीडेट के अकाउंट च पिया, वो जिहदे ते रेड हुई है। एक इन्हां दे एमएलए ਨੂੰ 3 ਸਾਲ ਦੀ ਸਜ਼ਾ ਹੋ ਗਈ, ਸਾਨੂੰ ਕਹਿ ਰਹੇ ਫਿਰ ਤਾਂ ਇਹਨਾਂ ਦੇ ਡੀਐਨਏ 'ਚ ਇਹਨਾਂ ਦੇ ਸਭ ਕਾਸੇ 'ਚ ਕਰਪਸ਼ਨ ਹੈ। ਔਰ ਪਤਾ ਲੱਗ ਜਾਏਗਾ, ਹਜੇ ਕੁਝ ਨਹੀਂ ਹੋਇਆ, ਪਤਾ ਲੱਗ ਜਾਏਗਾ ਜਦੋਂ ਈਡੀ ਨੇ ਫੜਿਆ ਕਿ ਲਿਕਰ ਪਾਲਿਸੀ ਦੇ ਵਿੱਚ ਕੀ ਹੋਇਆ, ਪਤਾ ਲੱਗ ਜਾਏਗਾ। ਕੱਲ ਮਨਜਿੰਦਰ ਸਿੰਘ ਸਿਰਸਾ ਜੀ ਵੀ ਇੱਥੇ ਪ੍ਰੈਸ ਕਾਨਫਰੰਸ ਕਰਕੇ ਉਹ ਵੀ ਕਾਫੀ ਆਰੋਪ ਲਗਾਉਂਦੇ ਨੇ। ਉਹ ਕਹਿੰਦੇ ਨੇ ਆਰੋਪ ਦੀ ਗੱਲ ਨਹੀਂ ਹੈ, ਮੋਨੋਪਲਾਈਜ਼ ਕਰ ਦਿੱਤਾ ਗਿਆ, ਵੱਡੇ ਪਲੇਅਰ ਆ ਗਏ, ਵੱਡੇ ਪਲੇਅਰਾਂ ਨੂੰ ਫਾਇਦਾ ਦੇਣ ਦੀ ਖਾਤਰ ਇਹ ਸਾਰੀ ਪਾਲਿਸੀ ਬਣਾਈ ਗਈ ਹੈ। ਸ਼ਰਾਬ ਸਸਤੀ ਕਰਨੀ ਲੋਕਾਂ ਦੀ ਮੰਗ ਨਹੀਂ ਸੀ, ਚਲੋ। ਔਰ ਇਹਦੇ ਨਾਲ ਕੀ ਹੋਣਾ ਆਉਣ ਵਾਲੇ ਦਿਨਾਂ 'ਚ? ਚੰਗਾ ਹੁੰਦਾ ਦਵਾਈਆਂ ਸਸਤੀਆਂ ਕਰ ਦਿੰਦੇ, ਚੰਗਾ ਹੁੰਦਾ ਲੋਕਾਂ ਨੂੰ ਰਜਿਸਟਰੀਆਂ ਦੇ ਜਿਹੜੇ ਸਟੈਂਪ ਫੀਸ ਆ ਉਹ ਸਸਤੀ ਕਰ ਦਿੰਦੇ, ਚੰਗਾ ਹੁੰਦਾ ਸਕੂਲ ਫੀਸ ਸਾਡੀ ਹੋਰ ਘਟਾ ਦਿੰਦੇ, ਚੰਗਾ ਹੁੰਦਾ ਦੁੱਧ ਸਸਤਾ ਕਰ ਦਿੰਦੇ। ਸ਼ਰਾਬ ਦੇ ਨਾਲ ਕੀ ਹੋਣਾ? ਜਿਹੜਾ ਅੱਧੀ ਬੋਤਲ ਪੀਣ ਵਾਲਾ ਹੁਣ ਬੋਤਲ ਪੀ ਕੇ ਜਾਇਆ ਕਰੇਗਾ ਘਰੇ, ਕ੍ਰਾਈਮ ਹੋਰ ਵਧੇਗਾ, ਸਮਗਲ ਹੋਏਗਾ ਕੰਮ। ਵਿਧਾਨ ਸਭਾ ਦੇ ਵਿੱਚ, ਕਿਉਂਕਿ ਵਿਧਾਨ ਸਭਾ ਵੀ ਹੁਣ 24 ਤੋਂ ਸ਼ੁਰੂ ਹੋ ਜਾਣੀ ਹੈ, ਕਿਆ ਚੀਜ਼ਾਂ ਚੁੱਕੀਆਂ ਜਾਣਗੀਆਂ ਔਰ ਸੈਸ਼ਨ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਇਸ ਬਾਰੇ ਵਿੱਚ? ਬਿਲਕੁਲ ਜੀ, ਬਿਲਕੁਲ ਤਮਾਮ ਮੁੱਦਿਆਂ ਦੀ ਲੜਾਈ ਲੜਾਂਗੇ, ਤਮਾਮ ਗੱਲਾਂ ਦੇ ਬਾਰੇ ਚਰਚਾ ਕਰਾਂਗੇ। ਔਰ ਜਿਸ ਪ੍ਰਕਾਰ ਇਹਨਾਂ ਨੇ ਸੈਸ਼ਨ ਦਾ ਤਾਂ ਬਿਲਕੁਲ ਥੋੜਾ, ਭਗਵੰਤ ਮਾਨ ਜੀ ਨੇ ਮੈਨੂੰ ਕਿਹਾ ਸੀ ਚਿੰਤਾ ਨਾ ਕਰੋ ਅਸੀਂ ਜ਼ਿਆਦਾ ਸਮਾਂ ਦੇਵਾਂਗੇ, 4 ਦਿਨ ਦਾ ਸੈਸ਼ਨ, 6 ਦਿਨਾਂ ਦੇ ਵਿੱਚ 2 ਛੁੱਟੀਆਂ ਆ ਗਈਆਂ, ਰੱਖਣ 10-12 ਦਿਨ ਦਾ ਲਾਅ ਐਂਡ ਆਰਡਰ ਤੇ ਰੱਖਣ ਬਹਿਸ, 2 ਦਿਨ ਦੀ ਬਹਿਸ ਲਾਅ ਐਂਡ ਆਰਡਰ ਤੇ ਰੱਖਣ, 2 ਦਿਨ ਦੀ ਬਹਿਸ ਕਰਪਸ਼ਨ ਤੇ ਰੱਖਣ। ਲੈਟਸ ਸੀ ਕਿਆ ਇਹ ਮੰਗ ਕੀਤੀ ਜਾਏਗੀ ਤੁਹਾਡੇ ਵੱਲੋਂ ਕਿ ਵਧਾਇਆ ਜਾਵੇ? ਕਿਆ ਸੀਐਲਪੀ ਦੇ ਅਧਿਕਾਰ ਖੇਤਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਮੇਰਾ ਖਿਆਲ ਇਹਦੇ ਤੇ ਅੱਗੇ ਜੋ ਵੀ ਕਾਰਵਾਈ ਉਹ ਕਰਨਗੇ। ਉਹ ਕਹਿ ਰਹੇ ਸੀ ਕੱਲ ਦਾ ਦਿਨ ਦਾ ਸਮਾਂ ਦਿੱਤਾ ਸੀ ਮੁਲਾਕਾਤ ਲਈ, ਕਿਆ ਹੁਣ ਦੁਬਾਰਾ ਮੁਲਾਕਾਤ ਕਰਨ ਲਈ ਜਾਓਗੇ? ਬਿਲਕੁਲ ਮੁਲਾਕਾਤ ਨਹੀਂ, ਅਸੀਂ ਮੁਕੰਮਲ ਤੌਰ ਤੇ ਅਫੀਸ਼ੀਅਲ ਤੌਰ ਤੇ ਅਸੀਂ ਸਰਕਾਰ ਦਾ ਬਾਈਕਾਟ ਹੈ। ਸੋ ਇਹ ਸੀ ਇਸ ਬਿਨਾਂ ਗੱਲ ਕਰਨ ਦੇ ਲਈ ਰਾਜਾ ਵੜਿੰਗੀ ਜਿਨ੍ਹਾਂ ਨੇ ਬੋਲਿਆ ਹੈ ਮੁਕੰਮਲ ਤੌਰ ਦੇ ਉੱਪਰ ਸਰਕਾਰ ਦਾ ਬਾਈਕਾਟ ਕੀਤਾ ਗਿਆ ਹੈ। ਕੈਮਰਾਮੈਨ ਬਿੰਤੇਸ਼ ਦੇ ਨਾਲ ਅਮਨਪ੍ਰੀਤ ਕੌਰ, ਜਨ ਸਪੋਕਸਮੈਨ, ਚੰਡੀਗੜ੍ਹ।